ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਿੱਧੀ ਸਾਦੀ ਜਿਹੀ ਰਵਨੀਤ ਜ਼ਿਆਦਾਤਰ ਹਰ ਕੰਮ 'ਚ ਮਾਹਿਰ ਸੀ। ਇੱਕ ਆਦਰਸ਼ ਕੁੜੀ ਦੇ ਸਾਰੇ ਗੁਣ ਸਨ ਉਸ 'ਚ। ਕਣਕ ਬੰਨਾ ਜਿਹਾ ਰੰਗ, ਸੋਹਣੇ ਨੈਣ ਨਕਸ਼ ਉਸਦੇ। ਸੁਪਨੇ ਤਾਂ ਬਹੁਤ ਸੀ ਉਸਦੇ, ਪਰ ਕੋਈ ਸਾਥ ਦੇਣ ਵਾਲਾ ਨਹੀਂ ਸੀ। ਫੈਸ਼ਨ ਡਿਜ਼ਾਈਨਰ ਬਣਨਾ ਉਸਦਾ ਸੁਪਨਾ ਸੀ, ਜੋ ਸੁਪਨਾ ਹੀ ਰਹਿ ਗਿਆ, ਕਿਉਂਕਿ ਘਰਦਿਆਂ ਨੇ ਉਸਨੂੰ ਮਸਾਂ ਹੀ 10 ਜਮਾਤਾਂ ਪੜ੍ਹਾਈਆਂ ਸੀ ਤੇ ਫਿਰ ਉਸਨੂੰ ਘਰ ਦੇ ਕੰਮਾਂ 'ਚ ਲਗਾ ਦਿੱਤਾ ਗਿਆ। ਅਸਲ ਵਿੱਚ ਜਦੋਂ ਉਹ 5 ਕੁ ਸਾਲ ਦੀ ਸੀ ਤਾਂ ਉਸਦੇ ਬਾਪ ਬਲਵੰਤ ਦਾ ਕਿਸੇ ਔਰਤ ਨਾਲ ਚੱਕਰ ਚੱਲਦਾ ਸੀ ਤੇ ਅਕਸਰ ਉਹ ਦਾਰੂ ਪੀ ਕੇ ਉਸਦੀ ਮਾਂ ਨੂੰ ਕੁੱਟਿਆ ਕਰਦਾ ਸੀ। ਰਵਨੀਤ ਤੋਂ ਬਾਅਦ ਉਸਦੀ ਮਾਂ ਨੇ ਇੱਕ ਹੋਰ ਧੀ ਨੂੰ ਜਨਮ ਦਿੱਤਾ, ਜਿਸ ਦੀ ਦੇਖਭਾਲ ਨਾ ਕਰਨ ਕਾਰਨ ਮੌਤ ਹੋ ਗਈ ਸੀ। ਰਵਨੀਤ ਨੂੰ ਉਸਦੀ ਮਾਂ ਨੇ ਕਿਸੇ ਤਰ੍ਹਾਂ ਬਚਾ ਲਿਆ ਸੀ, ਪਰ ਜਦੋਂ ਦੂਜੀ ਵੀ ਕੁੜੀ ਹੋਈ ਤਾਂ ਉਸਦੇ ਸੱਸ ਸਹੁਰੇ ਤੇ ਪਤੀ ਸਭ ਨੇ ਉਸਨੂੰ ਦੋਸ਼ ਦਿੱਤਾ ਤੇ ਅਕਸਰ ਉਸ ਨਾਲ ਕੁੱਟਮਾਰ ਕੀਤੀ ਜਾਂਦੀ, ਜਿਸ ਕਾਰਨ ਬੱਚੀ ਦੀ ਦੇਖਭਾਲ ਨਾ ਹੋ ਸਕੀ ਤੇ ਉਹ ਮਰ ਗਈ। ਰਵਨੀਤ ਦੀ ਮਾਂ ਬਹੁਤ ਬਿਮਾਰ ਰਹਿਣ ਲੱਗੀ ਤੇ ਫਿਰ ਉਸਨੂੰ ਆਪਣੇ ਪਤੀ ਦੇ ਕਿਸੇ ਹੋਰ ਨਾਲ ਚੱਲਦੇ ਚੱਕਰ ਬਾਰੇ ਪਤਾ ਲੱਗਿਆ, ਜਿਸ ਤੇ ਉਸਨੇ ਆਪਣੇ ਪਤੀ ਬਲਵੰਤ ਨਾਲ ਬਹੁਤ ਲੜਾਈ ਹੋਈ ਤੇ ਉਸਦੇ ਪਤੀ ਨੇ ਉਸਨੂੰ ਬਹੁਤ ਕੁੱਟਿਆ। ਸੱਸ ਨੇ ਉਸਨੂੰ ਦੋਸ਼ ਦਿੰਦਿਆਂ ਕਿਹਾ ਕਿ ਜੇ ਤੂੰ ਮੁੰਡਾ ਨਹੀਂ ਦੇ ਸਕਦੀ ਤਾਂ ਨਵੀਂ ਵਿਆਹ ਕੇ ਲਿਆਉਣੀ ਪੈਣੀ ਆ। ਤੂੰ ਤਾਂ ਖਾਨਦਾਨ ਡੋਬਣ ਆਈ ਆ, ਕੁੜੀਆਂ ਜੰਮ ਢੇਰ ਲਾਉਣ ਲੱਗੀਆਂ, ਵਿਆਹ ਕਰਨੇ ਸੌਖੇ ਆ ਕਿਤੇ, ਇਹਨਾਂ ਦੇ ਮਹਾਰਾਜਿਆਂ ਦਾ ਘਰ ਨਹੀਂ ਏ। ਕਈ ਦਿਨ ਇਸੇ ਤਰ੍ਹਾਂ ਲੜਾਈ ਹੁੰਦੀ ਰਹੀ ਘਰ 'ਚ ਤੇ ਰਵਨੀਤ ਦੀ ਮਾਂ ਨੂੰ ਰੋਜ਼ ਕੁੱਟਿਆ ਜਾਂਦਾ ਤੇ ਇੱਕ ਦਿਨ ਉਹ ਕੋਠੇ ਤੇ ਗਈ ਸੀ ਤੇ ਪਿੱਛੇ ਹੀ ਬਲਵੰਤ ਵੀ ਗਿਆ। ਹੁਣ ਪਤਾ ਨਹੀਂ ਕੀ ਹੋਇਆ ਹੋਣਾ, ਰਵਨੀਤ ਦੀ ਮਾਂ ਕੋਠੇ ਤੇ ਡਿੱਗ ਕੇ ਤੜਫਦੀ ਹੋਈ ਮਰ ਗਈ ਸੀ। ਬਲਵੰਤ ਨੇ ਹੀ ਉਸਨੂੰ ਧੱਕਾ ਦਿੱਤਾ ਹੋਵੇ, ਪਰ ਉਸਨੇ ਕਿਹਾ ਕਿ ਉਹਦਾ ਪੈਰ ਤਿਲਕ ਗਿਆ ਤੇ ਉਹ ਗਿਰ ਗਈ। 1 ਮਹੀਨੇ ਬਾਅਦ ਹੀ ਬਲਵੰਤ ਨੇ ਰਾਣੀ ਨਾਲ ਦੂਜਾ ਵਿਆਹ ਕਰਵਾ ਲਿਆ। ਉਸ ਨਾਲ ਹੀ ਉਸਦਾ ਚੱਕਰ ਚੱਲਦਾ ਸੀ। ਦੂਜੀ ਆਈ ਨੇ ਰਵਨੀਤ ਨੂੰ ਕੁਝ ਵੀ ਨਾ ਸਮਝਿਆ। ਮੁੰਡਾ ਹੋਣ ਪਿੱਛੋਂ ਉਸਦੇ ਹੋਰ ਵੀ ਰੰਗ ਰੂਪ ਬਦਲ ਗਏ। ਸੱਸ ਸਹੁਰੇ ਨੂੰ ਵੀ ਰਾਣੀ ਦੇ ਘਰੋਂ ਕੱਢ ਦਿੱਤਾ ਤੇ ਰਵਨੀਤ ਨੂੰ ਘਰ ਦੀ ਨੌਕਰਾਣੀ ਬਣਾ ਕੇ ਰੱਖ ਦਿੱਤਾ। ਅਜਿਹੇ ਹਾਲਾਤਾਂ 'ਚ ਰਹਿੰਦੀ ਰਵਨੀਤ ਵੱਡੀ ਹੋਈ। ਛੋਟੀ ਛੋਟੀ ਗੱਲ ਤੇ ਉਸਨੂੰ ਬਹੁਤ ਕੁੱਟਿਆ ਜਾਂਦਾ। ਇਹਨਾਂ ਹਾਲਾਤਾਂ 'ਚੋਂ ਵੱਡੀ ਹੋਈ ਤੇ ਉਸਨੇ 10 ਜਮਾਤਾਂ ਕਰ ਲਈਆਂ। ਰਾਣੀ ਦੇ 2 ਮੁੰਡੇ ਸਨ, ਕਮਲ ਤੇ ਗਗਨ। ਉਹ ਵੀ ਰਵਨੀਤ ਨਾਲ ਕੁਝ ਖਾਸ ਗੱਲਬਾਤ ਨਹੀਂ ਸੀ ਕਰਦੇ। ਉਹਨਾਂ ਲਈ ਵੀ ਉਹ ਬਸ ਘਰ ਦੀ ਨੌਕਰਾਣੀ ਸੀ। ਹੁਣ ਉਹ ਘਰ ਦਾ ਸਾਰਾ ਕੰਮਕਾਰ ਕਰਦੀ ਤੇ ਕਦੇ-ਕਦੇ ਬਹੁਤ ਸੁਪਨੇ ਸਜਾਉਂਦੀ, ਪਰ ਪੂਰੇ ਨਾ ਕਰ ਪਾਉਂਦੀ। ਹੁਣ ਉਹ 18 ਸਾਲ ਦੀ ਸੋਹਣੀ ਮੁਟਿਆਰ ਹੋ ਗਈ ਸੀ। ਰਾਣੀ ਨੂੰ ਹੁਣ ਰਵਨੀਤ ਬਹੁਤ ਰੜਕਦੀ ਸੀ। ਉਹ ਸੋਚਦੀ ਸੀ ਕਿ ਇਸ ਤੋਂ ਹੋਰ ਕੀ ਫਾਇਦਾ ਲਵਾਂ ਮੈਂ। ਰਵਨੀਤ ਕਢਾਈ ਬਣਾਈ ਤੇ ਸਿਲਾਈ ਵਿੱਚ ਵੀ ਮਾਹਰ ਸੀ। ਰਵਨੀਤ ਜਦ ਕਦੇ ਟੀਵੀ 'ਚ ਜਾਂ ਫੋਨ 'ਤੇ ਨਵੇਂ-ਨਵੇਂ ਫੈਸ਼ਨ ਦੇਖਦੀ ਤਾਂ ਉਸਦਾ ਮਨ ਕਰਦਾ ਕਿ ਉਹ ਵੀ ਨਵੇਂ-ਨਵੇਂ ਡਿਜ਼ਾਈਨ ਦੇ ਕੱਪੜੇ ਬਣਾਵੇ ਤੇ ਪਹਿਨੇ। ਲੋਕ ਉਸਦੇ ਬਣਾਏ ਕੱਪੜੇ ਪਹਿਨਣ ਤੇ ਉਹ ਵੀ ਤਾਰੀਫ ਕਰਨ, ਪਰ ਉਹ ਇਸ ਬਾਰੇ ਘਰ ਪੁੱਛਣ ਤੋਂ ਡਰਦੀ ਰਹਿੰਦੀ ਤੇ ਆਪਣੇ ਸੁਪਨੇ ਟੁੱਟਦੇ ਦੇਖ ਉਹਨਾਂ ਨੂੰ ਸਮੇਟ ਕੇ ਰੱਖ ਲੈਂਦੀ ਤੇ ਆਪਣੀ ਮਾਂ ਨੂੰ ਯਾਦ ਕਰਕੇ ਰੋਣ ਲੱਗਦੀ। ਰਵਨੀਤ ਭਾਵੇਂ 10 ਹੀ ਪੜ੍ਹੀ ਸੀ, ਪਰ ਹੁਸ਼ਿਆਰ ਬਹੁਤ ਸੀ। ਉਹ ਇੱਕ ਵਾਰ ਜੋ ਚੀਜ਼ ਸਿੱਖ ਲੈਂਦੀ ਉਸਨੂੰ ਕਦੇ ਨਾ ਭੁੱਲਦੀ, ਪਰ ਫਿਰ ਵੀ ਘਰ ਵਿੱਚ ਉਸਦੀ ਕੋਈ ਅਹਿਮੀਅਤ ਨਹੀਂ ਸੀ। ਉਸਨੂੰ ਲੋੜ ਦਾ ਸਮਾਨ ਦਿੱਤਾ ਤਾਂ ਜਾਂਦਾ, ਪਰ ਵਾਰ-ਵਾਰ ਹਰ ਗੱਲ 'ਤੇ ਅਹਿਸਾਨ ਜਤਾਇਆ ਜਾਂਦਾ। ਇਸ ਦਾ ਦੁਨੀਆ 'ਚ ਕੋਈ ਨਹੀਂ ਸੀ ਜਿਸ ਨੂੰ ਉਹ ਆਪਣਾ ਦੁੱਖ ਦੱਸ ਸਕਦੀ ਤੇ ਰੋ ਸਕਦੀ। ਰਾਣੀ ਦਾ ਛੋਟਾ ਮੁੰਡਾ ਗਗਨ ਰਵਨੀਤ ਨਾਲ ਥੋੜ੍ਹੀ ਬਹੁਤੀ ਗੱਲ ਕਰ ਲੈਂਦਾ ਸੀ। ਉਹ ਰਵਨੀਤ ਤੋਂ ਆਪਣਾ ਸਕੂਲ ਦਾ ਕੰਮ ਕਰਵਾਇਆ ਕਰਦਾ ਸੀ ਤੇ ਬਦਲੇ 'ਚ ਆਪਣੇ ਫੋਨ 'ਤੇ ਉਸਨੂੰ ਨਵੇਂ-ਨਵੇਂ ਸੂਟ ਦੇ ਫੈਸ਼ਨ ਡਿਜ਼ਾਈਨ ਦਿਖਾ ਦਿੰਦਾ ਸੀ। ਰਵਨੀਤ ਕੋਲ ਆਪਣਾ ਫੋਨ ਨਹੀਂ ਸੀ। ਉਹ ਗਗਨ ਦੇ ਫੋਨ 'ਤੇ ਜਦ ਨਵੇਂ ਫੈਸ਼ਨ ਤੇ ਮਾਡਲਾਂ ਨੂੰ ਦੇਖਦੀ ਤਾਂ ਬਹੁਤ ਖੁਸ਼ ਹੁੰਦੀ। ਉਸਨੇ ਗਗਨ ਦੇ ਫੋਨ 'ਤੇ ਦੇਖ ਕੇ ਉਸ ਲਈ ਇੱਕ ਬੜੀ ਸੋਹਣੀ ਸ਼ਰਟ ਤਿਆਰ ਕਰਾਈ। ਉਸ ਦਿਨ ਜਦੋਂ ਗਗਨ ਨੇ ਉਹ ਸ਼ਰਟ ਪਹਿਨੀ ਹੋਈ ਸੀ ਤੇ ਰਾਣੀ ਦੀ ਵੱਡੀ ਭੈਣ ਜੀਤੀ ਸ਼ਹਿਰੋਂ ਆਈ ਉਸ ਨੂੰ ਮਿਲਣ। ਸੁਭਾਅ 'ਚ ਤਾਂ ਉਹ ਵੀ ਰਾਣੀ ਵਰਗੀ ਸੀ। ਰਵਨੀਤ ਉਹਨਾਂ ਨੂੰ ਚਾਹ ਨਾਸ਼ਤਾ ਤਿਆਰ ਕਰ ਲਿਆਈ। ਗਗਨ ਦੀ ਸ਼ਰਟ ਦੇਖ ਕੇ ਜੀਤੀ ਨੇ ਕਿਹਾ, ਕਾਕੇ ਆਹ ਕੀ ਬੜੀ ਸੋਹਣੀ ਕਮੀਜ਼ ਪਾਈ ਆ, ਮੇਰੇ ਗਿੰਦੀ ਨੂੰ ਵੀ ਲਿਆ ਦੀ ਇਹੋ ਜਿਹੀ। ਤਾਂ ਗਗਨ ਨੇ ਦੱਸਿਆ, ਨਾ ਮਾਸੀ, ਇਹ ਤਾਂ ਨੀਤੂ ਨੇ ਬਣਾਈ ਆ, ਉਹਨੂੰ ਕਹੋ। ਜੀਤੀ ਦੀ ਵੀ ਬੁਟੀਕ ਸੀ ਸ਼ਹਿਰ 'ਚ, ਪਰ ਉਸ ਤੋਂ ਇੰਨੀ ਸੋਹਣੀ ਸ਼ਰਟ ਅੱਜ ਤੱਕ ਨਹੀਂ ਬਣੀ ਸੀ। ਉਸਨੇ ਰਵਨੀਤ ਨੂੰ ਦੇਖ ਕੇ ਮੂੰਹ ਜਿਹਾ ਬਿੰਗਾ ਕੀਤਾ ਤੇ ਰਾਣੀ ਨੂੰ ਕਿਹਾ, ਹੈ ਭੈਣੇ, ਕੱਪੜੇ ਸਿਉਂ ਲੈਂਦੀ ਆ ਇਹ? ਰਾਣੀ ਬੋਲੀ, ਹਾਂ ਸਿਉਂ ਲੈਂਦੀ ਆ, ਚੱਲ ਕੁਛ ਤਾਂ ਕੰਮ ਕਰਦੀ ਆ। ਰਵਨੀਤ ਨਕਲੀ ਜਿਹੀ ਮੁਸਕਰਾ ਕੇ ਉੱਥੋਂ ਜੂਠੇ ਬਰਤਨ ਚੁੱਕ ਕੇ ਰਸੋਈ 'ਚ ਚਲੀ ਗਈ ਤੇ ਕੰਮ ਕਰਨ ਲੱਗੀ। ਗਗਨ ਵੀ ਕਿਸੇ ਦੋਸਤ ਨਾਲ ਚਲਾ ਗਿਆ। ਜੀਤੀ ਨੇ ਰਾਣੀ ਨੂੰ ਕਿਹਾ, ਆਹ ਕੁੜੀ ਨੂੰ ਮੇਰੇ ਨਾਲ ਭੇਜ ਦੇ ਮਹੀਨਾ ਕੁ, ਉੱਥੇ ਕੰਮ ਬਹੁਤ ਆਇਆ ਪਿਆ ਤੇ ਇਹ ਵੀ ਕੰਮ ਸਿੱਖ ਲੂਗੀ, 4 ਪੈਸੇ ਤਾਂ ਦਿਆ ਕਰੂਗੀ ਕਮਾ ਕੇ। ਕੀ ਕਹਿੰਦੀ ਆ? ਰਾਣੀ ਕੁਝ ਸੋਚੀ ਤੇ ਬੋਲੀ, ਚੱਲ ਵੇਖ ਲਾ,
ਲੈ ਜਾ, ਪਰ ਬਹੁਤ ਚਿਰ ਸਿਰ ਤੇ ਨਾ ਚੜਾਈ ਇਹਨੂੰ। ਹੋਰ ਤਾਂ ਕੁਝ ਨਹੀਂ, ਜੀਤੀ ਨੇ ਕਿਹਾ। ਚੱਲ ਮਾਰ ਹਾਕ ਕੁੜੀ ਨੂੰ, ਕਹਿ ਦੇ ਉਹਨੂੰ ਅੱਜ ਤਾਂ ਮੈਂ ਚੱਲੀ ਆ, ਕੱਲ ਨੂੰ ਸ਼ਾਮੀ ਗਿੰਦੀ ਲੈ ਕੇ ਜਾਊਗਾ ਤੈਨੂੰ। ਰਾਣੀ ਨੇ ਰਵਨੀਤ ਨੂੰ ਬੁਲਾਇਆ ਤੇ ਕਿਹਾ, ਕੱਲ ਨੂੰ ਸ਼ਾਮ ਨੂੰ ਤਿਆਰ ਹੋ ਜੀ, ਗਿੰਦੀ ਲੈਣ ਆਊ। ਉੱਥੇ ਬੁਟੀਕ 'ਚ ਕੰਮ ਸਿੱਖ ਲਈ, ਕੋਈ ਤਾਂ ਕੰਮ ਕਰ। ਰਵਨੀਤ ਅੰਦਰੋਂ ਤਾਂ ਬਹੁਤ ਖੁਸ਼ ਸੀ। ਸ਼ਹਿਰ ਦੇਖਣ ਲਈ ਤੇ ਬੁਟੀਕ 'ਚ ਕੰਮ ਕਰਨ ਲਈ ਉਸ ਦੇ ਦਿਮਾਗ 'ਚ ਨਵੇਂ-ਨਵੇਂ ਕੱਪੜੇ, ਸੂਟਾਂ ਦੇ, ਫਰਾਕਾਂ ਦੇ ਡਿਜ਼ਾਈਨ ਉੱਡਣ ਲੱਗੇ। ਉਸਨੇ ਰਾਣੀ ਦੀ ਗੱਲ ਤੇ ਹਾਂ 'ਚ ਸਿਰ ਹਿਲਾਇਆ ਤੇ ਹੋਰ ਕੰਮਾਂ 'ਚ ਲੱਗ ਗਈ। ਸ਼ਾਮ ਹੋਈ ਤੇ ਬਲਵੰਤ ਦਾਰੂ ਪੀ ਕੇ ਘਰ ਆਇਆ। ਰਾਣੀ ਨੇ ਉਸ ਨੂੰ ਦੱਸਿਆ ਕਿ ਰਵਨੀਤ ਨੂੰ ਸ਼ਹਿਰ ਉਸ ਦੀ ਭੈਣ ਕੋਲ ਭੇਜਣਾ। ਬਲਵੰਤ ਰਾਣੀ ਦੀ ਗੱਲ ਸੁਣ ਕੇ ਰਵਨੀਤ ਕੋਲ ਗਿਆ ਤੇ ਉੱਚੀ ਆਵਾਜ਼ 'ਚ ਬੋਲਿਆ, ਸੁਣਨੀ ਕੁੜਗੇ, ਜਾ ਜਿੱਥੇ ਜਾਨੀ ਆ, ਪਰ ਜੇ ਬਹੁਤਾ ਉੱਡਣ ਲੱਗੀ ਸ਼ਹਿਰੀ ਹਵਾ 'ਚ ਤਾਂ ਦੇਖੀ ਕਿਵੇਂ ਪਰ ਕੱਟੂ। ਰਵਨੀਤ ਨੇ ਨੀਵੀਂ ਪਾ ਕੇ ਰੱਖੀ ਤੇ ਕਿਹਾ, ਜੀ ਪਾਪਾ ਜੀ। ਬਲਵੰਤ ਫਿਰ ਉੱਚੀ ਆਵਾਜ਼ 'ਚ ਬੋਲਿਆ, ਜੇ ਲੱਗਿਆ ਪਤਾ ਕੁਝ ਮੈਨੂੰ ਫਿਰ ਤਾਂ ਵੱਢ ਕੇ ਸੱਟ ਦੂੰ ਜਾਂ ਵੇਚ ਦੂੰ ਕਿਤੇ। ਮਾਰੀ ਸੀ ਤੇਰੀ ਮਾਂ ਸਾਲਾਂ ਪਹਿਲਾਂ, ਕਿਸੇ ਨੂੰ ਲੱਗਿਆ ਪਤਾ? ਉਹ ਵੀ ਉੜਦੀ ਸੀ ਹਵਾ 'ਚ। ਥੋੜਾ ਰੁਕ ਕੇ ਬਲਵੰਤ ਨੇ ਰਵਨੀਤ ਦੀ ਗੁੱਤ ਪਿੱਛੋਂ ਫੜ ਕੇ ਕਿਹਾ, ਲੱਗੀ ਸਮਝ ਕੇ ਨਹੀਂ? ਮੈਂ ਕੀ ਕਿਹਾ? ਰਵਨੀਤ ਨੇ ਹੌਲੀ ਜਿਹੀ ਫਿਰ ਕਿਹਾ, ਜੀ ਪਾਪਾ ਜੀ। ਬਲਵੰਤ ਨੇ ਉਸ ਨੂੰ ਛੱਡ ਦਿੱਤਾ ਤੇ ਰਾਣੀ ਨੂੰ ਕਿਹਾ, ਲਿਆ ਰੋਟੀ ਪਾ ਰਾਣੀ ਆਪਾਂ ਨੂੰ। ਬਾਕੀ ਸਭ ਖਾਣਾ ਖਾਣ ਲੱਗੇ ਤੇ ਰਵਨੀਤ ਰੋਂਦੀ ਹੋਈ ਰਸੋਈ 'ਚ ਚਲੀ ਗਈ। ਉਹ ਆਪਣੀ ਮਰੀ ਹੋਈ ਮਾਂ ਨੂੰ ਯਾਦ ਕਰਨ ਲੱਗੀ ਤੇ ਰੋਣ ਲੱਗੀ। ਜਦੋਂ ਦੀ ਰਾਣੀ ਆਈ ਸੀ ਉਹ ਰਸੋਈ ਵਿੱਚ ਹੀ ਸੋਇਆ ਕਰਦੀ ਸੀ। ਹੁਣ ਠੰਡ ਦਾ ਮੌਸਮ ਸੀ, ਨਵੰਬਰ ਖਤਮ ਹੋ ਗਿਆ ਸੀ। ਰਵਨੀਤ ਨੂੰ ਬਹੁਤ ਰੋਣ ਕਾਰਨ ਸਿਰ ਦਰਦ ਹੋਣ ਲੱਗਾ ਤੇ ਹਲਕਾ ਬੁਖਾਰ ਵੀ ਸੀ। ਉਸਨੇ ਰਸੋਈ 'ਚ ਬਿਸਤਰਾ ਕੀਤਾ ਤੇ ਥੋੜੀ ਜਿਹੀ ਚਾਹ ਬਣਾ ਕੇ ਪੀਤੀ ਤੇ ਸੌਂ ਗਈ। ਸਵੇਰੇ ਉੱਠੀ ਤਾਂ ਉਸਨੂੰ ਬੁਖਾਰ ਸੀ, ਫਿਰ ਵੀ ਉਸਨੇ ਘਰ ਦੇ ਸਾਰੇ ਕੰਮ ਨਿਬੇੜ ਲਏ। ਸ਼ਾਮ ਨੂੰ ਸ਼ਹਿਰ ਲਈ ਤਿਆਰ ਹੋ ਗਈ। ਗਿੰਦੀ ਨੇ ਗਗਨ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ 4 ਵਜੇ ਆਵੇਗਾ। ਨੀਤੂ ਨੂੰ ਕਹਿ ਦਿਓ ਤਿਆਰ ਰਹੇ। 4 ਵਜੇ ਤੋਂ ਥੋੜਾ ਪਹਿਲਾਂ ਹੀ ਰਵਨੀਤ ਤਿਆਰ ਹੋ ਕੇ ਗਿੰਦੀ ਦੀ ਰਾਹ ਦੇਖਦੀ ਰਹੀ। ਉਸ ਨੂੰ ਅੰਦਰੋਂ ਚਾਅ ਵੀ ਸੀ ਸ਼ਹਿਰ ਜਾਣ ਦਾ। 4 ਵਜੇ ਗਿੰਦੀ ਕਾਰ ਲੈ ਕੇ ਪਹੁੰਚ ਗਿਆ। ਗਿੰਦੀ ਦੀ ਕਾਰ ਦਰਵਾਜ਼ੇ ਕੋਲ ਖੜੀ ਤਾਂ ਗਗਨ ਬਾਹਰ ਖੜਾ ਸੀ। ਉਹ ਗਿੰਦੀ ਨਾਲ ਗੱਲਾਂ ਕਰਦਾ ਉਸ ਨੂੰ ਅੰਦਰ ਲੈ ਗਿਆ ਤੇ ਉੱਚੀ ਆਵਾਜ਼ 'ਚ ਬੋਲਿਆ, ਨੀਤੂ ਚਾਹ ਧਰ ਲਾ। ਗਿੰਦੀ ਬਾਈ ਆ ਗਿਆ। ਨੀਤੂ ਰਸੋਈ 'ਚ ਸੀ। ਬੈਠਕ 'ਚ ਬੈਠੇ ਰਾਣੀ, ਕਮਲ, ਗਗਨ ਤੇ ਗਿੰਦੀ ਗੱਲਾਂ ਕਰਨ ਲੱਗ ਪਏ। ਗਿੰਦੀ ਨੇ ਮਾਸੜ ਜਾਣੀ ਕਿ ਬਲਵੰਤ ਬਾਰੇ ਪੁੱਛਿਆ ਤਾਂ ਰਾਣੀ ਨੇ ਕਿਹਾ ਕਿ ਉਹ ਤਾਂ ਗਿਆ ਖੇਤ ਨੂੰ, ਫਿਰ ਇੱਧਰ ਉੱਧਰ ਕਿਤੇ ਫਿਰੀ ਜਾਊ, ਸ਼ਾਮ ਨੂੰ ਪੀ ਕੇ ਆ ਜਾਊਗਾ। ਰਵਨੀਤ ਨੇ ਚਾਹ ਲਿਆ ਕੇ ਟੇਬਲ ਤੇ ਰੱਖੀ। ਗਿੰਦੀ ਨੇ ਅੱਜ ਬੜੇ ਸਮੇਂ ਬਾਅਦ ਰਵਨੀਤ ਨੂੰ ਦੇਖਿਆ ਸੀ। ਹੁਣ ਉਹ ਇੱਕ ਜਵਾਨ ਤੇ ਸੋਹਣੀ ਮੁਟਿਆਰ ਹੋ ਗਈ ਸੀ। ਉਸ ਦਾ ਕਣਕਾਂ ਜਿਹਾ ਸੁਨਹਿਰੀ ਰੰਗ, ਮੋਟੀਆਂ ਕਾਲੀਆਂ ਅੱਖਾਂ ਜਿਨ੍ਹਾਂ ਨੂੰ ਸੁਰਮੇ ਦੀ ਕੋਈ ਲੋੜ ਨਹੀਂ ਸੀ। ਉਸ ਦੇ ਚਿਹਰੇ ਤੇ ਕੋਈ ਦਾਗ ਨਹੀਂ ਸੀ। ਗਿੰਦੀ ਉਸ ਨੂੰ ਦੇਖ ਕੇ ਸੋਚਾਂ 'ਚ ਪੈ ਗਿਆ। ਚਾਹ ਨਾਸ਼ਤੇ ਬਾਅਦ ਤੁਰੰਤ ਹੀ ਉਹ ਸ਼ਹਿਰ ਲਈ ਤੁਰ ਪਏ। ਕਾਰ 'ਚ ਬੈਠਿਆਂ ਗਿੰਦੀ ਪਿੱਛੇ ਨੀਵੀਂ ਪਾਈ ਬੈਠੀ ਰਵਨੀਤ ਨੂੰ ਵਾਰ-ਵਾਰ ਸ਼ੀਸ਼ੇ 'ਚ ਦੇਖ ਰਿਹਾ ਸੀ। ਗਿੰਦੀ ਨੇ ਸ਼ਹਿਰ ਪਹੁੰਚ ਕੇ ਕਾਰ ਰੋਕੀ ਤੇ ਰਵਨੀਤ ਨੇ ਪੁੱਛਿਆ, ਆ ਗਿਆ ਘਰ? ਗਿੰਦੀ ਕਾਰ 'ਚੋਂ ਉਤਰਦਾ ਹੋਇਆ ਬੋਲਿਆ, ਨਹੀਂ, ਆ ਜਾਓ, ਆਪਾਂ ਪਹਿਲਾਂ ਕੌਫੀ ਪੀਂਦੇ ਆਂ, ਨਾਲੇ ਗੱਲਾਂ ਕਰਦੇ ਆਂ, ਫਿਰ ਚੱਲਾਂਗੇ ਘਰ। ਕਹਿੰਦੇ ਹੋਏ ਹੀ ਉਹ ਪਿਛਲਾ ਦਰਵਾਜ਼ਾ ਖੋਲ੍ਹ ਕੇ ਰਵਨੀਤ ਦੇ ਸਾਹਮਣੇ ਖੜਾ ਹੋ ਗਿਆ। ਰਵਨੀਤ, ਨਹੀਂ ਜੀ, ਰਹਿਣ ਦਿਓ, ਘਰ ਚੱਲਦੇ ਆਂ, ਤੁਹਾਡੇ ਮੰਮੀ ਰਾਹ ਦੇਖਦੇ ਹੋਣੇ ਆ। ਗਿੰਦੀ ਨੇ ਰਵਨੀਤ ਦੀ ਬਾਂਹ ਫੜ ਲਈ ਤੇ ਕਿਹਾ, ਕੋਈ ਨਾ, ਤੇ ਫਿਰ ਨਾ ਹੀ ਬੋਲਿਆ। ਓਹੋ, ਬੁਖਾਰ ਆ ਤੁਹਾਨੂੰ ਤਾਂ? ਕਾਫੀ ਛੱਡੋ, ਦਵਾਈ ਲੈਣ ਚੱਲਦੇ ਆਂ। ਉਹ ਵਾਪਸ ਕਾਰ 'ਚ ਬੈਠ ਗਿਆ ਤੇ ਕਾਰ ਸਟਾਰਟ ਕਰ ਲਈ। ਰਵਨੀਤ ਦੇ ਮਨਾ ਕਰਨ ਤੇ ਵੀ ਉਹ ਨਾ ਮੰਨਿਆ ਤੇ ਡਾਕਟਰ ਕੋਲ ਪਹੁੰਚਦੇ ਹੀ ਉਹ ਰਵਨੀਤ ਦੀ ਬਾਂਹ ਫੜ ਕੇ ਉਸ ਨੂੰ ਕਾਰ 'ਚੋਂ ਉਤਾਰ ਕੇ ਅੰਦਰ ਡਾਕਟਰ ਸਾਹਮਣੇ ਲਿਜਾ ਕੇ ਬਿਠਾ ਦਿੱਤਾ। ਇਸ ਤੋਂ ਬਾਅਦ ਉਹ ਸਿੱਧਾ ਘਰ ਪਹੁੰਚਦੇ ਆ। ਗਿੰਦੀ ਨੀਵੀਂ ਪਾਈ ਤੁਰਦੀ ਰਵਨੀਤ ਵੱਲ ਦੇਖੀ ਜਾ ਰਿਹਾ। ਘਰ 'ਚ ਬਸ ਗਿੰਦੀ ਦੀ ਛੋਟੀ ਭੈਣ ਮਣੀ ਸੀ। ਗਿੰਦੀ ਦੇ ਪਿਤਾ 6 ਸਾਲ ਤੋਂ ਦੁਬਈ 'ਚ ਸਨ। ਮਣੀ ਉਮਰ 'ਚ ਰਵਨੀਤ ਹਾਣਦੀ ਸੀ। ਉਹ ਹਰ ਵਕਤ ਆਪਣੇ ਆਪ 'ਚ ਹੀ ਰਿਹਾ ਕਰਦੀ ਸੀ। ਕਿਸੇ ਨਾਲ ਵੀ ਉਹ ਬਹੁਤੀ ਗੱਲ ਨਹੀਂ ਕਰਦੀ ਸੀ। ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੀ ਸੀ। ਉਸ ਦੇ ਚਿਹਰੇ ਤੇ ਕਦੇ ਕੋਈ ਭਾਵ ਨਹੀਂ ਹੁੰਦੇ ਸੀ। ਮਣੀ ਮੰਮੀ ਨੂੰ ਦੱਸਦੇ ਆਪੇ ਫੋਨ ਕਰਕੇ ਵੀ, ਨੀਤੂ ਨੂੰ ਲਿਆਇਆ ਮੈਂ, ਸਿਰ ਦੁਖਦਾ ਪਿਆ, ਸੌਣ ਲੱਗਾ ਮੈਂ ਹੁਣ। ਮੰਮੀ ਨੇ ਗਿੰਦੀ ਤੇ ਰਵਨੀਤ ਨੂੰ ਵੱਲ ਦੇਖਿਆ ਤੇ ਹੂੰ ਠੀਕ ਕਹਿ ਕੇ ਸੋਫੇ ਤੇ ਬੈਠੀ ਟੀਵੀ ਦੇਖਦੀ ਰਹੀ। ਗਿੰਦੀ ਕਮਰੇ ਵੱਲ ਜਾਂਦਾ ਰੁਕ ਗਿਆ ਤੇ ਬੋਲਿਆ, ਮਣੀ, ਨੀਤੂ ਨੂੰ ਵੀ ਬੁਖਾਰ ਆ, ਆਪਦਾ ਕਮਰਾ ਦਿਖਾ ਦੇ ਤੇ ਸਮਾਨ ਰਖਾ ਦੇ, ਆਰਾਮ ਕਰ ਲੂ ਇਹ ਵੀ। ਮਣੀ ਦੇ ਚਿਹਰੇ ਤੇ ਕੋਈ ਬਹੁਤੇ ਹਾਵ ਭਾਵ ਨਹੀਂ ਸੀ। ਉਹ ਉੱਠੀ ਤੇ ਰਵਨੀਤ ਨੂੰ ਨਾਲ ਲੈ ਕੇ ਕਮਰੇ 'ਚ ਚਲੀ ਗਈ ਤੇ ਕਿਹਾ, ਇੱਥੇ ਸਮਾਨ ਰੱਖ ਲਾ, ਆਰਾਮ ਕਰ ਲਾ, ਜੇ ਕੁਝ ਖਾਣਾ ਪੀਣਾ। ਉਹ ਰਹੀ ਰਸੋਈ ਤੇ ਆ ਇੱਧਰ ਨਾਲ ਹੀ ਵਾਸ਼ਰੂਮ ਆ। ਰਵਨੀਤ ਠੀਕ ਆ ਜੀ ਕਹਿ ਕੇ ਬੈਠ ਗਈ ਤੇ ਮਣੀ ਆਪਣੀ ਮਾਂ ਨੂੰ ਫੋਨ ਲਗਾ ਕੇ ਗੱਲ ਕਰਦੀ ਬਾਹਰ ਆ ਗਈ। ਰਵਨੀਤ ਨੇ ਰਸੋਈ 'ਚ ਜਾ ਕੇ ਤਿੰਨਾਂ ਲਈ ਚਾਹ ਬਣਾਈ ਤੇ ਪਹਿਲਾਂ ਮਣੀ ਨੂੰ ਚਾਹ ਦਿੱਤੀ। ਮਣੀ ਨੇ ਉਸ ਵੱਲ ਵੇਖ ਬਸ ਸਿਰ ਜਿਹਾ ਹਿਲਾਇਆ। ਮੈਂ ਗਿੰਦੀ ਲਈ ਚਾਹ ਲੈ ਜਾ? ਉਹਨਾਂ ਨੇ ਕਮਰੇ 'ਚ
ਰਵਨੀਤ ਨੇ ਮਣੀ ਨੂੰ ਪੁੱਛਿਆ। ਹਾਂ, ਉਹ ਰਿਹਾ ਉਹਦਾ ਕਮਰਾ। ਮਣੀ ਨੇ ਗਿੰਦੀ ਦੇ ਕਮਰੇ ਵੱਲ ਇਸ਼ਾਰਾ ਕਰਦੇ ਕਿਹਾ। ਰਵਨੀਤ ਚਾਹ ਲੈ ਕੇ ਉਸਦੇ ਕਮਰੇ ਦੇ ਬਾਹਰ ਖੜੀ ਸੀ। ਉਸਨੇ ਦਰਵਾਜ਼ਾ ਹਲਕਾ ਜਿਹਾ ਖੜਕਾਇਆ ਤਾਂ ਗਿੰਦੀ ਨੇ ਕਿਹਾ, ਚਾਹੀਦਾ ਕੁਝ? ਨਹੀਂ, ਚਾਹ ਲਿਆਈ ਸੀ। ਤੁਸੀਂ ਕਹਿ ਰਹੇ ਸੀ ਕਿ ਸਿਰ ਦੁਖਦਾ। ਗਿੰਦੀ ਉਹਨੂੰ ਦਰਵਾਜ਼ੇ 'ਤੇ ਖੜੀ ਨੂੰ ਕੁਝ ਪਲ ਦੇਖਦਾ ਰਿਹਾ ਤੇ ਫਿਰ ਬੋਲਿਆ, ਅੱਛਾ ਆਓ ਬੈਠੋ, ਆਪਾਂ ਵੀ ਗੱਲਾਂ ਕਰਦੇ ਹਾਂ। ਉਹ ਉੱਠ ਉਸਦੇ ਹੱਥੋਂ ਚਾਹ ਫੜ ਲੈਂਦਾ ਹੈ ਤੇ ਉਸਨੂੰ ਬੈੱਡ 'ਤੇ ਬੈਠਣ ਲਈ ਕਹਿੰਦਾ। ਗੱਲ ਕਰਦੇ ਉਹ ਨੀਤੂ ਤੋਂ ਨੰਬਰ ਮੰਗਦਾ ਤਾਂ ਉਹ ਕਹਿੰਦੀ ਆ ਕਿ ਉਹ ਫ਼ੋਨ ਨਹੀਂ ਵਰਤਦੀ। ਤਾਂ ਗਿੰਦੀ ਨੇ ਕਿਹਾ, ਅੱਛਾ ਮੇਰਾ ਪੁਰਾਣਾ ਫ਼ੋਨ ਰੱਖ ਲਾ। ਫ਼ੋਨ ਮੇਰੇ ਕੋਲ ਤਾਂ ਹੈਗਾ ਨਵਾਂ। ਰਵਨੀਤ ਫ਼ੋਨ ਦੇਣ ਤੋਂ ਮਨਾ ਕਰ ਜੂਠੇ ਕੱਪ ਲੈ ਕੇ ਚਲੇ ਜਾਂਦੀ ਆ ਤੇ ਗਿੰਦੀ ਕੁਝ ਸੋਚਦੇ ਹੋਏ ਉਸ ਵੱਲ ਵੇਖਦਾ ਰਿਹਾ, ਜਿਵੇਂ ਕਿ ਉਸ ਨੂੰ ਕੰਮ ਕਰਦੇ ਰਹਿਣ ਦੀ ਆਦਤ ਸੀ। ਉਹ ਰਸੋਈ 'ਚ ਜਾ ਕੇ ਸਫਾਈ ਕਰਨ ਲੱਗੀ। 6 ਵੱਜਣ ਨੂੰ ਸੀ। ਉਸ ਨੂੰ ਮਣੀ ਨੂੰ ਪੁੱਛਿਆ ਕਿ ਸ਼ਾਮ ਦੀ ਰੋਟੀ ਕੀ ਬਣਾਵੇ। ਮਣੀ ਨੇ ਜਵਾਬ 'ਚ ਕਿਹਾ, ਖਾਣਾ ਬਣਾ ਲੈਂਦੀ। ਵਾਹ, ਚੱਲ ਕੁਝ ਵੀ ਬਣਾ ਲਾ, ਜੋ ਹੈਗਾ ਘਰ 'ਚ। ਮੰਮੀ ਆਉਣ ਵਾਲੀ ਆ। ਰਵਨੀਤ ਖਾਣਾ ਤਿਆਰ ਕਰ ਦਿੰਦੀ ਆ ਤੇ ਇੰਨੇ ਨੂੰ ਜੀਤੀ ਵੀ ਘਰ ਆ ਜਾਂਦੀ ਆ। ਰਵਨੀਤ ਟੇਬਲ 'ਤੇ ਸਭ ਨੂੰ ਖਾਣਾ ਪਰੋਸ ਦਿੰਦੀ ਆ। ਗਿੰਦੀ ਰਵਨੀਤ ਨੂੰ ਨਾਲ ਬੈਠ ਕੇ ਖਾਣਾ ਖਾਣ ਲਈ ਕਹਿੰਦਾ ਤਾਂ ਜੀਤੀ ਉਸ ਨੂੰ ਟੋਕਦੀ ਹੋਈ ਬੋਲੀ, ਤੂੰ ਖਾ ਲਾ ਪਹਿਲਾਂ, ਹੁਣ ਇਹ ਮੇਰੇ ਬਰਾਬਰ ਬਹਿ ਕੇ ਖਾਊ। ਗਿੰਦੀ ਕੁਝ ਨਾ ਬੋਲਿਆ ਤੇ ਖਾਣਾ ਖਾ ਕੇ ਮਣੀ ਨਾਲ ਸੋਫੇ 'ਤੇ ਬੈਠਾ ਟੀਵੀ ਦੇਖਣ ਲੱਗ ਗਿਆ। ਰਵਨੀਤ ਰਸੋਈ 'ਚ ਜੂਠੇ ਬਰਤਨ ਇਕੱਠੇ ਕਰ ਰਹੀ ਸੀ ਤਾਂ ਜੀਤੀ ਉਸ ਕੋਲ ਆ ਜਾ ਕੇ ਬੋਲੀ ਕਿ ਤੈਨੂੰ ਬੁਟੀਕ ਆਉਣ ਦੀ ਲੋੜ ਨਹੀਂ, ਇੱਥੇ ਘਰੇ ਕੰਮ ਕਰੀ ਤੇ ਕੱਪੜਿਆਂ ਦਾ ਕੰਮ ਵੀ ਘਰ 'ਚ ਹੀ ਕਰੀ। ਰਵਨੀਤ ਨੇ ਹਾਂ 'ਚ ਸਿਰ ਹਿਲਾ ਦਿੱਤਾ। ਜੀਤੀ ਜਾਂਦੀ ਜਾਂਦੀ ਫਿਰ ਮੁੜ ਕੇ ਬੋਲੀ, ਹਾਂ ਨਾਲੇ ਸੋਫੇ 'ਤੇ ਸੌਂ ਜਾਈਂ ਆਪਦਾ, ਕਹਿ ਕੇ ਹਾਲ 'ਚ ਗਈ ਤੇ ਕਿਹਾ, ਭੈਣ ਭਾਈ ਨੂੰ ਟੇਕ ਨਹੀਂ, ਸੌਂ ਜਾਓ ਹੁਣ, ਅੱਧੀ ਰਾਤ ਹੋਈ ਆ। ਟੀਵੀ ਵੇਖਣਾ ਇੱਥੇ ਬੈਠ। ਮਣੀ ਝੱਟ ਹੀ ਉੱਥੇ ਉੱਠ ਕਮਰੇ 'ਚ ਚਲੇ ਜਾਂਦੇ ਆ ਤੇ ਗਿੰਦੀ ਮੂੰਹ ਜਿਹਾ ਬਣਾ ਕੇ ਆਪਣੇ ਮਾਂ ਦੇ ਕੋਲ ਮਾਂ ਨੂੰ ਬੈਠ ਕੇ ਵੇਖ ਰਿਹਾ ਹੁੰਦਾ। ਜੀਤੀ ਫਿਰ ਬੋਲੀ, ਹਾਂ ਕੀ ਦੇਖਦਾ, ਚੱਲ ਉੱਠ ਜਲਦੀ ਤੁਰ। ਗਿੰਦੀ ਬਿਨਾਂ ਕੁਝ ਬੋਲੇ ਹੀ ਮੂੰਹ ਬਣਾ ਕੇ ਕਮਰੇ 'ਚ ਚਲਾ ਗਿਆ। ਜੀਤੀ ਵੀ ਆਪਦੇ ਕਮਰੇ 'ਚ ਚਲੀ ਗਈ। ਰਵਨੀਤ ਸਭ ਤੋਂ ਪਿੱਛੋਂ ਰੋਟੀ ਖਾ ਕੇ ਸੋਫੇ 'ਤੇ ਬਹਿ ਗਈ ਤੇ ਦਿਨ ਦੀਆਂ ਸਾਰੀਆਂ ਗੱਲਾਂ ਯਾਦ ਕਰਨ ਲੱਗੀ। ਉਹ ਸੋਚ ਰਹੀ ਸੀ ਕਿ ਜੀਤੀ ਕਿੰਨੇ ਰੁੱਖੇ ਸੁਭਾਅ ਦੀ ਆ। ਮਣੀ ਤਾਂ ਕਿਸੇ ਨਾਲ ਕੁਝ ਬੋਲਦੀ ਹੀ ਨਹੀਂ, ਵੈਸੇ ਮਾੜੀ ਵੀ ਨਹੀਂ। ਫਿਰ ਉਹ ਗਿੰਦੀ ਬਾਰੇ ਸੋਚਣ ਲੱਗੀ ਕਿ ਕਿੰਨਾ ਅਜੀਬ ਆ, ਉਹ ਐਵੇਂ ਨਾਲ ਲੱਗੀ ਜਾਂਦਾ, ਕਦੇ ਕੌਫੀ, ਕਦੇ ਦਵਾਈ, ਕਦੇ ਫੋਨ। ਮੈਂ ਜਦ ਕਿਹਾ ਹੀ ਨਹੀਂ, ਫਿਰ ਇਹ ਅਹਿਸਾਨ ਦੀ ਕੀ ਲੋੜ ਆ। ਉਹ ਸੋਚਾਂ 'ਚ ਇੰਨੀ ਖੋਈ ਸੀ ਕਿ ਗਿੰਦੀ ਕਦ ਉਸਦੇ ਕੋਲ ਆ ਕੇ ਖੜਾ ਹੋ ਗਿਆ ਉਸਨੂੰ ਪਤਾ ਹੀ ਨਾ ਲੱਗਿਆ। ਗਿੰਦੀ ਨੇ ਉਸਦੇ ਮੋਢੇ 'ਤੇ ਹੱਥ ਧਰਿਆ ਤਾਂ ਉਹ ਅਚਾਨਕ ਸੋਚਾਂ 'ਚੋਂ ਬਾਹਰ ਆਈ ਤੇ ਉਸਨੇ ਦੇਖ ਕੇ ਹੜਬੜਾ ਕੇ ਖੜੀ ਹੋ ਗਈ। ਗਿੰਦੀ ਹੱਸਦਾ ਹੋਇਆ ਸੋਫੇ 'ਤੇ ਬੈਠਿਆ ਤੇ ਬੋਲਿਆ, ਲੈ ਡਰ ਗਏ ਤੁਸੀਂ ਤਾਂ, ਇੰਨਾ ਸੋਹਣਾ ਤਾਂ ਹੈਗਾ ਮੈਂ, ਸੋਹਣਾ ਮੁੰਡਾ ਦੇਖ ਕੇ ਕੋਈ ਡਰਦਾ ਹੁੰਦਾ। ਰਵਨੀਤ ਨੇ ਕੋਈ ਜਵਾਬ ਨਾ ਦਿੱਤਾ ਤਾਂ ਗਿੰਦੀ ਨੇ ਉਸ ਨੂੰ ਕਿਹਾ, ਅੱਛਾ ਸੌਰੀ, ਮੈਂ ਤਾਂ ਵੈਸੇ ਹੀ ਟੀਵੀ ਦੇਖਣ ਆ ਗਿਆ ਸੀ, ਨੀਂਦ ਨਹੀਂ ਆ ਰਹੀ ਸੀ, ਤਾਂ ਕਰਕੇ ਤੁਸੀਂ ਬੈਠੋ ਖੜੇ ਕਿਉਂ ਹੋ ਗਏ। ਟੀਵੀ ਦੇਖੋ ਤੁਸੀਂ ਵੀ ਆਰਾਮ ਨਾਲ, ਮਸਾਂ ਬੁੜੀ ਸੁੱਤੀ ਆ, ਐਵੇਂ ਕਿੜਕਿੜ ਕਰਨ ਲੱਗਦੀ ਆ ਆਉਂਦੀ। ਬੋਲਦਾ ਬੋਲਦਾ ਉਹ ਟੀਵੀ ਚਲਾ ਦਿੰਦਾ। ਰਵਨੀਤ ਅਜੇ ਹੀ ਖੜੀ ਸੀ। ਉਹ ਉਸਦੀ ਬਾਂਹ ਫੜ ਕੇ ਖਿੱਚ ਕੇ ਸੋਫੇ 'ਤੇ ਬਿਠਾ ਦਿੰਦਾ ਤੇ ਟੀਵੀ 'ਤੇ ਚੈਨਲ ਬਦਲਣ ਲੱਗਦਾ। ਟੀਵੀ ਦੇਖਦੇ ਦੇਖਦੇ ਰਵਨੀਤ ਦੀ ਅੱਖ ਲੱਗ ਜਾਂਦੀ ਆ ਤੇ ਉਹ ਨੀਂਦ 'ਚ ਗਿੰਦੀ ਦੇ ਮੋਢੇ 'ਤੇ ਸਿਰ ਟਿਕਾ ਲੈਂਦੀ ਆ। ਗਿੰਦੀ ਉਸ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਕੇ ਉਸਦਾ ਸਿਰ ਸੋਫੇ 'ਤੇ ਟਿਕਾ ਦਿੰਦਾ ਤੇ ਉਸਦੇ ਪੈਰਾਂ 'ਚੋਂ ਚੱਪਲਾਂ ਕੱਢ ਕੇ ਉਸਦੇ ਪੈਰ ਸੋਫੇ 'ਤੇ ਕਰ ਉਸਨੂੰ ਕੰਬਲ ਦੇ ਕੇ ਟੀਵੀ ਬੰਦ ਕਰਦਾ। ਆਪਦੇ ਕਮਰੇ 'ਚ ਚਲਾ ਗਿਆ। ਸਵੇਰੇ 6 ਵਜੇ ਰਵਨੀਤ ਦੀ ਅੱਖ ਖੁੱਲ੍ਹੀ ਤੇ ਉਹ ਯਾਦ ਕਰਨ ਲੱਗਦੀ ਆ ਕਿ ਰਾਤ ਕਿਸ ਵੇਲੇ ਉਸਦੀ ਅੱਖ ਲੱਗੀ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਸਭ ਲਈ ਚਾਹ ਨਾਸ਼ਤਾ ਤਿਆਰ ਕਰ ਦਿੰਦੀ ਆ। ਮਣੀ ਕਾਲਜ ਤੇ ਜੀਤੀ ਬੁਟੀਕ ਚਲੇ ਜਾਂਦੇ ਆ। 9 ਵੱਜਣ ਨੂੰ ਸੀ। ਗਿੰਦੀ ਹਜੇ ਉੱਠਿਆ ਨਹੀਂ ਸੀ। ਜੀਤੀ ਜਾਂਦੀ ਜਾਂਦੀ ਉਸ ਨੂੰ ਘਰ ਦੇ ਸਾਰੇ ਕੰਮ ਕਰਨ ਨੂੰ ਤੇ ਗਿੰਦੀ ਨੂੰ ਉਠਾ ਕੇ ਕੰਮ 'ਤੇ ਭੇਜਣ ਲਈ ਕਹਿ ਗਈ। ਰਵਨੀਤ ਗਿੰਦੀ ਦੇ ਕਮਰੇ 'ਚ ਗਈ, ਉਸ ਨੂੰ ਉਠਾ ਕੇ ਵਾਪਸ ਆ ਗਈ। ਗਿੰਦੀ ਤਿਆਰ ਹੋ ਕੇ ਖਾਣੇ ਦੇ ਟੇਬਲ 'ਤੇ ਆ ਗਿਆ। ਗਿੰਦੀ ਤੁਸੀਂ ਖਾ ਪੀ ਲਿਆ ਕੁਝ ਨੀਤੂ ਜੀ? ਰਵਨੀਤ ਨੇ ਹਲਕਾ ਜਿਹਾ ਨਾਂ 'ਚ ਸਿਰ ਹਿਲਾਇਆ ਤਾਂ ਗਿੰਦੀ ਨੇ ਕਿਹਾ, ਬੈਠੋ ਫਿਰ ਤੁਸੀਂ ਵੀ ਨਾਲ। ਕੋਈ ਨਹੀਂ ਤੁਸੀਂ ਖਾਓ, ਮੈਂ ਤਾਂ ਫਿਰ ਖਾ ਲੂੰ। ਰਵਨੀਤ ਹੌਲੀ ਜਿਹੀ ਬੋਲੀ। ਗਿੰਦੀ ਦੇ ਬਾਰ-ਬਾਰ ਕਹਿਣ 'ਤੇ ਉਹ ਨਾਲ ਬੈਠ ਗਈ। ਗਿੰਦੀ ਫਿਰ ਗੱਲਾਂ ਮਾਰਨ ਲੱਗਿਆ ਤੇ ਰਾਤ ਦੀ ਗੱਲ ਛੇੜਦਾ ਹੋਇਆ ਬੋਲਿਆ, ਰਾਤ ਨੀਤੂ ਜੀ ਬੈਠੇ ਬੈਠੇ ਸੌਂ ਗਏ ਤੁਸੀਂ? ਨੀਤੂ ਦੂਜੇ ਪਾਸੇ ਵੇਖਣ ਲੱਗੀ ਤੇ ਉਸਨੇ ਇਹ ਗੱਲ ਦਾ ਕੋਈ ਜਵਾਬ ਨਾ ਦਿੱਤਾ। ਗਿੰਦੀ ਫਿਰ ਬੋਲਿਆ, ਅਸੀਂ ਸੇਵਾਦਾਰ ਤੁਹਾਨੂੰ ਸਿੱਧਾ ਕਰਕੇ ਪਾਇਆ, ਚੱਪਲਾਂ ਲਾਹੀਆਂ, ਕੰਬਲ ਦਿੱਤਾ ਤੇ ਥੈਂਕ ਯੂ ਵੀ ਨਹੀਂ ਨਸੀਬ ਹੋਇਆ ਸਾਨੂੰ। ਨੀਤੂ ਦੇ ਮਨ 'ਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਉਹ ਯਾਦ ਕਰਦੀ ਕਿ ਕਿਵੇਂ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਉਸ 'ਤੇ ਰਹਿੰਦੀਆਂ। ਕਦੇ ਕਿਤੇ ਜਾਂਦੀ ਆ ਤੇ ਕਿਵੇਂ ਅਵਾਰਾ ਮੁੰਡੇ ਉਸ ਨਾਲ ਬਦਸਲੂਕੀ ਕਰਦੇ ਆ, ਕਿਉਂਕਿ ਉਹ ਜਾਣਦੇ ਆ ਕਿ ਉਸਦੇ ਪਰਿਵਾਰ 'ਚ ਉਸਦਾ ਸਾਥ ਦੇਣ ਵਾਲਾ ਕੋਈ ਨਹੀਂ।
ਉਹ ਗਿੰਦੀ ਦੇ ਨੇੜੇ ਲੱਗਣ ਤੋਂ ਖਿਝ ਆਇਆ ਕਰਦੀ ਆ ਤੇ ਹੁਣ ਉਸ ਨੂੰ ਕਹਿਣ ਲੱਗੀ ਸੀ ਕਿ ਉਹ ਉਸ ਤੋਂ ਦੂਰ ਰਿਹਾ ਕਰੇ। ਨੀਤੂ ਬੋਲਣ ਹੀ ਲੱਗੀ ਸੀ ਕਿ ਗਿੰਦੀ ਬੋਲਿਆ, ਮਣੀ ਵੀ ਛੋਟੀ ਹੁੰਦੀ ਜਮਾਂ ਐਵੇਂ ਹੀ ਰਾਤ ਨੂੰ ਟੀਵੀ ਦੇਖਦੇ ਮੇਰੇ ਮੋਢੇ ਤੇ ਸੌਂ ਜਾਇਆ ਕਰਦੀ ਸੀ। ਉਹਦਾ ਉਹੀ ਭੋਲਾਪਣ ਨੀਤੂ ਥੋੜੇ 'ਚ ਦਿਖਦਾ ਮੈਨੂੰ, ਪਰ ਹੁਣ ਪਤਾ ਨਹੀਂ ਕਿਉਂ ਉਹ ਅਜਿਹੀ ਹੋ ਗਈ ਆ। ਚਲੋ ਠੀਕ ਆ, ਮੈਂ ਚੱਲਦਾ ਕੰਮ ਤੇ। ਆਫਿਸ 'ਚ ਮੋਟਾ ਮੇਰਾ ਬੌਸ ਅੱਜ ਬਹੁਤ ਕਲਾਸ ਲਾਊ ਵੀ ਕੱਲ ਜਲਦੀ ਚਲਾ ਗਿਆ ਸੀ ਛੁੱਟੀ ਲੈ ਕੇ ਤੇ ਅੱਜ ਫਿਰ ਲੇਟ ਆਇਆ, ਬਾਏ ਬਾਏ ਕਹਿੰਦਾ ਉਹ ਉੱਥੋਂ ਚੱਲ ਕੇ ਜਲਦੀ ਨਿਕਲ ਗਿਆ। ਅੱਜ ਦਾ ਦਿਨ ਵੀ ਪਹਿਲੇ ਵਰਗਾ ਹੀ ਨਿਕਲ ਗਿਆ। ਮਣੀ 4 ਵਜੇ ਕਾਲਜ ਤੋਂ ਆ ਗਈ ਤੇ ਗਿੰਦੀ 6 ਵਜੇ। ਗਿੰਦੀ ਦੇ ਬਾਅਦ ਜੀਤੀ ਵੀ 6:30 ਵਜੇ ਘਰ ਪਹੁੰਚ ਗਈ। ਖਾਣਾ ਖਾਣ ਤੋਂ ਬਾਅਦ ਸਭ ਆਪਣੇ ਆਪਣੇ ਕਮਰੇ 'ਚ ਚਲੇ ਗਏ ਤੇ ਨੀਤੂ ਸੋਫੇ ਤੇ ਬੈਠੀ ਆਪਣੇ ਖਿਆਲਾਂ ਵਿੱਚ ਖੋ ਗਈ। ਸਭ ਕੁਝ ਮੁਕਾ ਰਾਤ ਨੂੰ ਨੀਤੂ ਆਪਣੇ ਖਿਆਲਾਂ 'ਚ ਖੋਈ ਸੋਫੇ ਤੇ ਬੈਠੀ ਸੀ। ਗਿੰਦੀ ਦੀ ਰੋਜ਼ ਦੀ ਆਦਤ ਸੀ ਰਾਤ ਨੂੰ ਬੈਠ ਕੇ ਟੀਵੀ ਵੇਖਣਾ। ਉਹ ਜਦੋਂ ਨੀਤੂ ਦੇ ਨੇੜੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਹ ਰੋ ਰਹੀ ਆ। ਉਹ ਇੱਕਦਮ ਉਹਦੇ ਪੈਰਾਂ 'ਚ ਬੈਠ ਗਿਆ ਤੇ ਉਸ ਵੱਲ ਵੇਖ ਕੇ ਬੋਲਿਆ, ਕੀ ਹੋਇਆ? ਐਵੇਂ ਕਿਉਂ ਇਕੱਲੀ ਬੈਠੀ ਰੋਈ ਜਾਂਦੀ ਆ? ਘਰ ਦੀ ਯਾਦ ਆਉਂਦੀ ਆ ਤਾਂ ਮੈਨੂੰ ਦੱਸਦੀ, ਮੈਂ ਕਰਾ ਦਿੰਦਾ ਗੱਲ, ਪਰ ਰੋ ਨਾ ਐਵੇਂ। ਨੀਤੂ ਆਪਣੇ ਮੂੰਹ ਤੇ ਦੋਵੇਂ ਹੱਥ ਰੱਖ ਹੋਰ ਜ਼ਿਆਦਾ ਉੱਚੀ ਰੋਣ ਲੱਗਦੀ ਆ। ਗਿੰਦੀ ਉੱਠ ਕੇ ਪਾਣੀ ਦਾ ਗਲਾਸ ਲਿਆਇਆ ਤੇ ਉਸ ਦੇ ਬਰਾਬਰ ਬੈਠ ਗਿਆ। ਦੇਖ ਨੀਤੂ, ਤੂੰ ਮਣੀ ਨਹਾਣਦੀ ਆ, ਜਿਹੋ ਜਿਹੀ ਉਹ ਆ ਮੈਨੂੰ ਉਹੋ ਜਿਹੀ ਤੂੰ ਆ ਮੈਨੂੰ। ਜਿੰਨੀ ਮੈਨੂੰ ਪਿਆਰੀ ਮਣੀ ਆ ਓਨੀ ਤੂੰ ਆ। ਦੱਸ ਤਾਂ ਸਹੀ ਕੀ ਹੋਇਆ? ਆਪਣੇ ਭਾਈ ਨੂੰ ਵੀ ਨਹੀਂ ਦੱਸਣਾ? ਨੀਤੂ ਨੇ ਗਿੰਦੀ ਦੇ ਮੋਢੇ ਤੇ ਸਿਰ ਟਿਕਾ ਲਿਆ ਤੇ ਕਿਹਾ, ਮੈਂ ਵੀਰੇ ਤੈਨੂੰ ਸਮਝ ਨਾ ਸਕੀ, ਕਿੰਨੀ ਬੁਰੀ ਸੋਚ ਹੋ ਗਈ ਮੇਰੀ। ਗਿੰਦੀ ਨੇ ਉਹਦਾ ਚਿਹਰਾ ਆਪਣੇ ਹੱਥਾਂ 'ਚ ਲਿਆ ਤੇ ਕਿਹਾ, ਬਸ ਇਹੀ ਗੱਲ ਸੀ, ਇਹਦੇ 'ਚ ਰੋਣ ਨੂੰ ਕੀ ਸੀ? ਪਾਗਲ ਜਿਹੀ ਚੁੱਪ ਕਰ ਜਾ। ਮੇਰੀ ਬੁੜੀ ਨੇ ਉੱਠ ਜਾਣਾ, ਫਿਰ ਹਿਟਲਰ ਨੇ ਬੋਲਣਾ ਨਹੀਂ ਹਟਣਾ। ਨੀਤੂ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਤੇ ਉਹਨੇ ਆਪਣੀਆਂ ਅੱਖਾਂ ਸਾਫ਼ ਕਰਦੇ ਹੋਏ ਕਿਹਾ, ਮੈਂ ਸੋਚਿਆ ਨਹੀਂ ਸੀ ਕਦੇ ਵੀ ਮੈਨੂੰ ਕੋਈ ਸਮਝਣ ਵਾਲਾ ਮਿਲ ਜਾਣਾ। ਮਾਂ ਤੋਂ ਬਾਅਦ ਅੱਜ ਕੋਈ ਆਪਣਾ ਜਿਹਾ ਮਿਲਿਆ। ਗਿੰਦੀ ਉਸ ਦੇ ਹੱਥ ਤੇ ਸਿਰ ਤੇ ਹੱਥ ਫੇਰਦਾ ਹੋਇਆ ਬੋਲਿਆ, ਹੁਣ ਮਿਲ ਗਿਆ, ਹਮੇਸ਼ਾ ਤੇਰੇ ਨਾਲ ਆ। ਕੋਈ ਵੀ ਲੋੜ ਹੋਵੇ ਮੈਨੂੰ ਦੱਸੀ, ਜੇ ਘਰ ਜਾਣਾ ਤਾਂ ਵੀ ਮੈਨੂੰ ਦੱਸੀ। ਮੈਂ ਸਵੇਰੇ ਤੈਨੂੰ ਘਰ ਛੱਡ ਕੇ ਚਲਾ ਜਾਊਂਗਾ, ਫਿਰ ਆਉਂਦਾ ਹੋਇਆ ਲਿਆਊਂ। ਨੀਤੂ ਇੱਕਦਮ ਬੋਲੀ, ਨਹੀਂ ਮੈਂ ਨਹੀਂ ਜਾਣਾ। ਮੇਰਾ ਕਿਹੜਾ ਘਰ? ਕੌਣ ਆ ਮੇਰਾ ਉੱਥੇ? ਤੁਸੀਂ ਹੋ ਵੀਰੇ ਮੇਰੇ ਤਾਂ ਸਭ। ਉੱਥੇ ਮੇਰੀ ਅਹਿਮੀਅਤ ਨਹੀਂ ਆ, ਬਸ ਇੱਕ ਨੌਕਰਾਣੀ ਦੀ ਲੋੜ ਸੀ ਉਸ ਘਰ ਨੂੰ ਤੇ ਮੈਂ ਸੀ ਜੋ। ਗਿੰਦੀ ਨੂੰ ਇਹ ਗੱਲਾਂ ਸੁਣ ਕੇ ਬਹੁਤ ਹੀ ਬੁਰਾ ਲੱਗਦਾ ਏ। ਉਹ ਨੀਤੂ ਨੂੰ ਗਲ ਲਾ ਕੇ ਉਸ ਦਾ ਸਿਰ ਪਲੋਸਦਾ ਹੋਇਆ ਕਹਿੰਦਾ ਏ, ਹੁਣ ਮੈਂ ਹੈਗਾ ਤੇਰੇ ਨਾਲ, ਕੋਈ ਨਹੀਂ ਕੁਝ ਕਹੂ, ਚੁੱਪ ਕਰ ਜਾ ਬਸ। ਉਸ ਰਾਤ ਉਹਨਾਂ ਦੀਆਂ ਗੱਲਾਂ 12 ਵਜੇ ਤੱਕ ਹੋਈ ਜਾਂਦੀਆਂ। ਗਿੰਦੀ ਨੀਤੂ ਨੂੰ ਪੁੱਛਦਾ, ਅੱਛਾ ਚੱਲ ਜਾ ਕੇ ਸੌਂ ਜਾ। ਹੁਣ ਤਾਂ ਨੀਤੂ ਬੋਲੀ, ਤੁਸੀਂ ਜਾਵੋ ਕਮਰੇ 'ਚ, ਤਾਂ ਮੈਂ ਤਾਂ ਹੀ ਸੌਣਾ। ਗਿੰਦੀ ਕੁਝ ਉਲਝਣ 'ਚ ਸੀ, ਬੋਲਿਆ, ਮੈਂ ਤਾਂ ਚਲਾ ਜਾਊਂ, ਤੂੰ ਜਾ ਮਣੀ ਕੋਲ ਜਾ ਕੇ ਸੌਂ ਜਾ। ਪਰ ਤੁਹਾਡੇ ਮਾਤਾ ਜੀ ਨੇ ਕਿਹਾ ਸੋਫੇ ਤੇ ਬਾਹਰ ਸੌਣ ਨੂੰ, ਨੀਤੂ ਨੇ ਦੱਸਿਆ ਤਾਂ ਗਿੰਦੀ ਹੱਸਦਾ ਹੋਇਆ ਬੋਲਿਆ, ਆਹੋ ਉਹਨੇ ਤਾਂ ਬਹੁਤਾ ਕੁਝ ਕਹਿਣਾ, ਠੰਡ ਪਈ ਆ, ਸੌਂ ਜਾ ਮਣੀ ਨਾਲ। ਵੈਸੇ ਵੀ ਤੂੰ ਜਲਦੀ ਉੱਠ ਜਾਣਾ, ਮਾਤਾ ਨੂੰ ਕੀ ਪਤਾ ਲੱਗੂ। ਨੀਤੂ ਮਣੀ ਦੇ ਕਮਰੇ ਵੱਲ ਵੇਖਦੀ ਹੋਈ ਬੋਲੀ, ਹਾਂ ਵੀਰੇ ਉਹ ਤਾਂ ਠੀਕ ਆ, ਪਰ ਸ਼ਾਇਦ ਉਹ ਮਣੀ ਦੇ ਕਮਰੇ 'ਚ ਜਾਣ ਤੋਂ ਹਿਚਕਚਾ ਰਹੀ ਸੀ। ਇਹ ਦੇਖ ਕੇ ਗਿੰਦੀ ਨੇ ਕਿਹਾ, ਕੁਝ ਨਹੀਂ ਕਹਿੰਦੀ ਉਹ, ਤੂੰ ਚਲੇ ਜਾ, ਮੈਂ ਖੜਾਂ ਇੱਥੇ। ਨੀਤੂ ਮਣੀ ਦੇ ਕਮਰੇ ਦਾ ਦਰਵਾਜ਼ਾ ਖੜਕਾਉਣ ਹੀ ਲੱਗੀ ਸੀ। ਉਹ ਦੇਖਦੀ ਆ ਕਿ ਦਰਵਾਜ਼ਾ ਤਾਂ ਖੁੱਲ੍ਹਾ ਹੀ ਆ। ਕਮਰੇ ਅੰਦਰ ਜਾਂਦੀ ਆ ਤਾਂ ਉਹ ਦੇਖਦੀ ਆ ਕਿ ਮਣੀ ਟਾਕੀ ਦੇ ਪਰਦੇ ਹਟਾ ਕੇ ਨੰਗੇ ਪੈਰ ਸ਼ੀਸ਼ੇ ਨਾਲ ਸਿਰ ਲਾ ਕੇ ਖੜੀ ਬਾਹਰ ਦੇਖ ਰਹੀ ਸੀ। ਨੀਤੂ ਨੂੰ ਬਹੁਤ ਅਜੀਬ ਲੱਗਿਆ ਉਸ ਦਾ ਅੱਧੀ ਰਾਤ ਇੰਜ ਚੁੱਪਚਾਪ ਟਾਕੀ ਕੋਲ ਖੜੇ ਹੋਣਾ। ਨੀਤੂ ਉਸ ਨੂੰ ਪੁੱਛਦੀ ਆ, ਮਣੀ ਮੈਂ ਇੱਥੇ ਕਮਰੇ 'ਚ ਨੀਚੇ ਬਿਸਤਰਾ ਲਾ ਕੇ ਸੌਂ ਜਾ? ਮਣੀ ਬਿਨਾਂ ਉਸ ਵੱਲ ਵੇਖੇ ਹੀ ਜਵਾਬ ਦਿੰਦੀ ਆ, ਫਰਸ਼ ਬਹੁਤ ਠੰਡਾ, ਤੁਸੀਂ ਉੱਪਰ ਬੈੱਡ 'ਤੇ ਮੇਰੇ ਨਾਲ ਸੌਂ ਜਾਣਾ, ਮੈਨੂੰ ਕੋਈ ਤਕਲੀਫ ਨਹੀਂ। ਇਸ 'ਚ ਨੀਤੂ ਕਮਰੇ ਦਾ ਦਰਵਾਜ਼ਾ ਬੰਦ ਕਰਨ ਵੇਲੇ ਗਿੰਦੀ ਨੂੰ ਹਲਕਾ ਜਿਹਾ ਮੁਸਕਰਾ ਕੇ ਜਵਾਬ ਦਿੰਦੀ ਆ, ਉਹ ਵੀ ਜਾ ਕੇ ਸੌਂ ਜਾਵੇ। ਵਾਪਸ ਪਲਟ ਕੇ ਉਹ ਮਣੀ ਨੂੰ ਦੇਖਦਾ ਹੈ। ਮਣੀ ਟਾਕੀ ਨਾਲ ਸਿਰ ਲਾ ਕੇ ਲਗਾਤਾਰ ਬਾਹਰ ਖਾਲੀ ਸੜਕ ਨੂੰ ਵੇਖੀ ਜਾ ਰਹੀ ਆ। ਉਹ ਕਿਸੇ ਡੂੰਘੀ ਸੋਚ ਸੀ, ਨਾਲ ਹੀ ਉਸ ਨੂੰ ਆਪਣੇ ਆਲੇ ਦੁਆਲੇ ਦੀ ਖਬਰ ਸੀ। ਮਣੀ ਦੇ ਮੋਢੇ ਤੇ ਹੱਥ ਰੱਖਦੀ ਨੀਤੂ ਨੇ ਕਿਹਾ, ਮਣੀ ਬਹੁਤ ਰਾਤ ਹੋ ਗਈ ਆ, ਸੌਂ ਜਾਓ ਹੁਣ। ਇੱਥੇ ਇੰਜ ਕਿਉਂ ਖੜੇ ਹੋ? ਮਣੀ ਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ। ਉਹ ਬਿਨਾਂ ਨੀਤੂ ਵੱਲ ਵੇਖੇ ਹੀ ਜਾ ਕੇ ਬੈੱਡ ਤੇ ਬੈਠ ਗਈ। ਕੁਝ ਪਲ ਉਹ ਕੁਝ ਸੋਚਦੀ ਰਹੀ, ਫਿਰ ਕੰਬਲ ਲੈ ਕੇ ਸੌਂ ਗਈ। ਨੀਤੂ ਵੀ ਉਸ ਦੇ ਬਰਾਬਰ ਪੈ ਗਈ। ਅਗਲੀ ਸਵੇਰ ਨੀਤੂ ਦੇ ਚਿਹਰੇ ਤੇ ਖੁਸ਼ੀ ਸੀ। ਇੱਥੇ ਉਸ ਨੂੰ ਕੋਈ ਕੁੱਟਦਾ ਮਾਰਦਾ ਨਹੀਂ ਸੀ, ਨਾ ਹੀ ਕੋਈ ਕੁਝ ਕਹਿੰਦਾ ਸੀ। ਗਿੰਦੀ ਨੂੰ ਮਿਲ ਕੇ ਉਹ ਬਹੁਤ ਖੁਸ਼ ਸੀ। ਉਸਨੇ ਸਭ ਲਈ ਚਾਹ ਨਾਸ਼ਤਾ ਤਿਆਰ ਕਰ ਦਿੱਤਾ ਅਤੇ ਸਭ ਆਪੋ ਆਪਣੇ ਰਾਹ ਤੁਰ ਗਏ। ਅੱਜ ਜੀਤੀ ਜਾਣ ਤੋਂ ਪਹਿਲਾਂ ਨੀਤੂ ਨੂੰ ਕੱਪੜਿਆਂ ਦਾ ਕੰਮ ਦੱਸ ਗਈ। ਨੀਤੂ ਦੇ ਚਿਹਰੇ ਤੇ ਇੱਕ ਖੁਸ਼ੀ ਹੋਰ ਝਲਕਣ ਲੱਗੀ।
ਸਭ ਦੇ ਕੰਮ ਤੇ ਜਾਂਦਿਆਂ ਹੀ ਉਹ ਕੱਪੜਿਆਂ ਦਾ ਕੰਮ ਕਰਨ ਲੱਗੀ। 4 ਵੱਜ ਗਏ ਸੀ। ਮਣੀ ਕਾਲਜ ਤੋਂ ਘਰ ਆ ਗਈ ਸੀ। ਉਸਨੇ ਦੇਖਿਆ ਕਿ ਨੀਤੂ ਸੋਫੇ ਕੋਲ ਬੈਠੀ ਕੰਮ ਕਰ ਰਹੀ ਆ ਤੇ ਅੱਜ ਉਹ ਆਪਣੇ ਕਮਰੇ ਵਿੱਚ ਹੀ ਚਲੀ ਗਈ। ਨੀਤੂ ਦਾ ਥੋੜਾ ਹੀ ਕੰਮ ਰਹਿ ਗਿਆ ਸੀ, ਅੱਧੇ ਪੌਣੇ ਘੰਟੇ ਦਾ। ਉਹ ਮਣੀ ਲਈ ਚਾਹ ਨਾਸ਼ਤਾ ਉਸਦੇ ਕਮਰੇ 'ਚ ਲੈ ਗਈ। ਮਣੀ ਫਿਰ ਟਾਕੀ ਨਾਲ ਸਿਰ ਲਾਈ ਖੜੀ ਸੀ। ਨੀਤੂ ਉਸ ਨੂੰ ਦੇਖ ਕੇ ਸੋਚਾਂ 'ਚ ਪੈ ਗਈ ਕਿ ਇੰਜ ਮਣੀ ਇਸ ਟਾਕੀ ਨਾਲ ਸਿਰ ਲਗਾ ਕੇ ਕੀ ਦੇਖਦੀ ਰਹਿੰਦੀ ਆ। ਉਹ ਟਾਕੀ ਦੇ ਬਾਹਰ ਦੇਖਦੀ ਹੈ, ਸੜਕ ਤੇ ਕੋਈ ਵਾਹਨ ਨਹੀਂ ਗੁਜ਼ਰਦਾ ਤਾਂ ਮਣੀ ਉਸ ਵੱਲ ਵੇਖਣ ਲੱਗਦੀ ਆ। ਜਦੋਂ ਸੜਕ ਖਾਲੀ ਹੁੰਦੀ ਆ ਤਾਂ ਉਹ ਸੜਕ ਦੇ ਵਿਚਕਾਰ ਨਿਗਾਹ ਟਿਕਾ ਲੈਂਦੀ ਆ। ਨੀਤੂ ਉਸਦੇ ਕਮਰੇ 'ਚ ਚਾਹ ਨਾਸ਼ਤਾ ਰੱਖ ਕੇ ਉਸਦੇ ਮੋਢੇ ਤੇ ਹੱਥ ਰੱਖ ਕੇ ਬੋਲੀ, ਮਣੀ ਚਾਹ ਠੰਡੀ ਹੋ ਜਾਣੀ ਆ, ਪੀ ਕੇ ਆਰਾਮ ਕਰ ਲਓ। ਤੇ ਉੱਥੇ ਚਲੀ ਗਈ। ਇੱਥੇ ਆ ਕੇ ਰਵਨੀਤ ਦੀ ਜ਼ਿੰਦਗੀ ਬਹੁਤ ਬਦਲ ਗਈ ਸੀ। ਉਹ ਆਪਣੀ ਪਸੰਦ ਦਾ ਕਦੇ ਵੀ ਕਰਦੀ ਤੇ ਘਰ ਦੇ ਕੰਮ ਵੀ ਕਰਦੀ। ਕੋਈ ਹੁਣ ਨਾ ਹੀ ਉਸ ਨੂੰ ਬੋਲਦਾ ਸੀ ਤੇ ਨਾ ਹੀ ਕੁੱਟਦਾ ਸੀ। ਫਿਰ ਗਿੰਦੀ ਵੀ ਸੀ ਹੁਣ ਉਸ ਨਾਲ। ਰਾਤ ਹੋਈ ਤੇ ਦੋਨੋਂ ਬਹੁਤ ਗੱਲਾਂ ਕਰਦੇ, ਪਰ ਜਦ ਉਹ ਮਣੀ ਵੱਲ ਵੇਖਦੀ ਤਾਂ ਬੇਚੈਨ ਹੋ ਜਾਂਦੀ। ਰਾਤ ਨੂੰ ਗਿੰਦੀ 11 ਵਜੇ ਤੱਕ ਨੀਤੂ ਨਾਲ ਬੈਠ ਕੇ ਗੱਲਾਂ ਕਰਦਾ ਰਹਿੰਦਾ। ਉਹ ਮਣੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦਾ, ਪਰ ਜਦ ਨੀਤੂ ਕਮਰੇ 'ਚ ਜਾਂਦੀ, ਮਣੀ ਟਾਕੀ ਨਾਲ ਸਿਰ ਲਾ ਕੇ ਖੜੀ ਬਾਹਰ ਦੇਖ ਰਹੀ ਹੁੰਦੀ। ਇਹ ਦੇਖ ਕੇ ਨੀਤੂ ਦੀ ਬੇਚੈਨੀ ਵੱਧ ਜਾਂਦੀ। 12 ਵਜੇ ਤੱਕ ਉਹ ਲਗਾਤਾਰ ਇੰਝ ਹੀ ਖੜੀ ਰਹਿੰਦੀ। ਕਈ ਦਿਨ ਨੀਤੂ ਉਸ ਨੂੰ ਇੰਝ ਦੇਖਦੀ ਰਹੀ। ਫਿਰ ਇੱਕ ਦਿਨ ਉਸਨੇ ਮਣੀ ਨਾਲ ਗੱਲ ਕਰਨ ਦੀ ਸੋਚਿਆ। ਖਾਣਾ ਖਾਣ ਤੋਂ ਬਾਅਦ ਅੱਜ ਉਹ ਜਲਦੀ ਕਮਰੇ 'ਚ ਚਲੀ ਗਈ। ਕਰੀਬ 10 ਵਜੇ ਤੱਕ ਤਾਂ ਮਣੀ ਆਪਣੇ ਕਾਲਜ ਦੀ ਹੀ ਕੋਈ ਕਿਤਾਬ ਪੜ੍ਹ ਰਹੀ ਸੀ ਤੇ ਨੀਤੂ ਬੁਟੀਕ ਦੇ ਕਿਸੇ ਕੰਮ 'ਚ ਖੁਦ ਨੂੰ ਰੁੱਝਿਆ ਹੋਇਆ ਦਿਖਾ ਰਹੀ ਸੀ, ਪਰ ਅਸਲ 'ਚ ਉਸਦਾ ਧਿਆਨ ਮਣੀ 'ਤੇ ਹੀ ਸੀ। ਮਣੀ ਨੇ ਆਪਣੀ ਕਿਤਾਬ ਬੰਦ ਕਰਕੇ ਟੇਬਲ 'ਤੇ ਰੱਖੀ ਤੇ ਨੰਗੇ ਪੈਰ ਬੈੱਡ ਦੇ ਉੱਪਰ ਟਾਕੀ ਨਾਲ ਸਿਰ ਲਾ ਕੇ ਖੜੀ ਰੋਜ਼ ਦੀ ਤਰ੍ਹਾਂ ਬਾਹਰ ਦੇਖਣ ਲੱਗੀ। ਨੀਤੂ ਕੁਝ ਪਲ ਉਸ ਨੂੰ ਦੇਖਦੀ ਰਹੀ, ਫਿਰ ਆਪ ਵੀ ਜਾ ਕੇ ਉਸਦੇ ਬਰੋਬਰ ਖੜੀ ਹੋ ਗਈ। ਕਰੀਬ ਅੱਧਾ ਘੰਟਾ ਨੀਤੂ ਕਦੇ ਮਣੀ ਵੱਲ ਦੇਖਦੀ ਤੇ ਕਦੇ ਸੜਕ 'ਤੇ, ਪਰ ਮਣੀ ਦੇ ਚਿਹਰੇ 'ਤੇ ਕੋਈ ਫਰਕ ਨਹੀਂ ਸੀ ਕਿ ਨੀਤੂ ਉਸ ਨੂੰ ਦੇਖ ਰਹੀ ਆ। ਨੀਤੂ ਫਿਰ ਕਮਰੇ 'ਚੋਂ ਕੁਝ ਸੋਚਦੀ ਹੋਈ ਬਾਹਰ ਗਿੰਦੀ ਕੋਲ ਜਾ ਬੈਠੀ। आज आप लेट हो गए दीदी जी, इसकी सज़ा मिलेगी, बराबर मिलेगी, गिंदी ने मजाक करते हुए नीतू ਵੱਲ ਵੇਖ ਕੇ ਕਿਹਾ। ਨੀਤੂ ਸੋਫੇ 'ਤੇ ਬੈਠਦੀ ਹੋਈ ਕਹਿਣ ਲੱਗੀ, ਐਵੇਂ ਕਿਵੇਂ ਸਜ਼ਾ ਮਿਲੇਗੀ? ਮੈਨੂੰ ਕੁਝ ਕਿਹਾ ਤਾਂ ਰੋਣ ਲੱਗ ਜੂ ਮੈਂ। ਫਿਰ ਦੇਖਿਓ, ਗਿੰਦੀ ਹੱਸਦਾ ਹੋਇਆ ਬੋਲਿਆ, ਚੱਲ ਚੰਗਾ, ਹੋਰ ਕੋਈ ਗੱਲਬਾਤ ਸੁਣਾ। ਨੀਤੂ ਨੇ ਬੜੀ ਥੋੜੀ ਗੰਭੀਰਤਾ ਨਾਲ ਕਿਹਾ, ਅੱਛਾ ਵੀਰੇ, ਆ ਮਣੀ ਐਵੇਂ ਚੁੱਪ ਜੀ ਕਿਉਂ ਰਹਿੰਦੀ ਆ? ਗਿੰਦੀ ਨੇ ਲੰਬਾ ਸਾਹ ਲਿਆ ਤੇ ਕਿਹਾ, ਪਤਾ ਨਹੀਂ, ਬਹੁਤ ਪੁੱਛਿਆ ਸੀ ਮੈਂ, ਉਸਨੇ ਕੁਝ ਦੱਸਿਆ ਹੀ ਨਹੀਂ। ਨੀਤੂ, ਅੱਛਾ, ਫਿਰ ਵੀ ਕੋਈ ਤਾਂ ਗੱਲ ਹੋਣੀ ਆ, ਕਦੇ ਤੂੰ ਐਵੇਂ ਕਰਦੇ ਆ। ਉਹ ਗਿੰਦੀ, ਆਹੀ 1.5 ਕੁ ਸਾਲ ਆ ਮੇਰਾ ਕਾਲਜ ਪੂਰਾ ਹੋਇਆ ਸੀ, ਹੁਣ ਤੋਂ 2 ਸਾਲ ਪਹਿਲਾਂ, ਤੇ ਮਣੀ ਉਦੋਂ ਹੀ ਕਾਲਜ 'ਚ ਹੋਈ ਸੀ। 3 ਕੁ ਮਹੀਨੇ ਤਾਂ ਮੈਂ ਇੱਧਰ ਘਰ ਹੀ ਸੀ, ਪਾਪਾ ਉਦੋਂ ਵੀ ਬਾਹਰ ਹੀ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਇੱਧਰ ਆ ਜਾ, ਕੰਮ ਦੇਖ ਲਾ, ਜੇ ਪਸੰਦ ਆਉਂਦਾ ਨਾਲ ਘੁੰਮ ਫਿਰ ਲਾ ਤੇ ਮਿਲ ਵੀ ਜਾਵੀਂ। ਕਿੰਨੇ ਸਾਲ ਹੋ ਗਏ ਮਿਲੇ ਨੂੰ? ਮੇਰੇ ਜਾਣ ਤੱਕ ਤਾਂ ਠੀਕ ਸੀ ਮਣੀ, ਜਦ ਮੈਂ 3 ਮਹੀਨੇ ਬਾਅਦ ਆਇਆ ਤਾਂ ਐਵੇਂ ਸੀ ਬਦਲੀ ਜਿਹੀ। ਨੀਤੂ, ਪਹਿਲਾਂ ਕਿਵੇਂ ਸੁਭਾਅ ਸੀ ਫਿਰ ਮਣੀ ਦਾ? ਗਿੰਦੀ, ਪਹਿਲਾਂ ਹਾਂ, ਪਹਿਲਾਂ ਠੀਕ ਸੀ, ਮਤਲਬ ਪਹਿਲਾਂ ਤੋਂ ਤਾਂ ਉਹ ਜ਼ਿਆਦਾ ਹਰ ਕਿਸੇ ਨਾਲ ਨਹੀਂ ਬੋਲਦੀ। ਮੈਂ ਤੇ ਕੁਝ ਉਸ ਦੀਆਂ ਸਹੇਲੀਆਂ ਸੀ ਜਿਨ੍ਹਾਂ ਨਾਲ ਜ਼ਿਆਦਾ ਗੱਲ ਕਰਦੀ ਸੀ, ਪਰ ਬਹੁਤ ਜ਼ਿਆਦਾ ਵੀ ਨਹੀਂ। ਬਸ ਇਹ ਸੀ ਕਿ ਐਵੇਂ ਦੁਖੀ ਜਿਹੀ ਨਹੀਂ ਹੁੰਦੀ ਸੀ। ਨੀਤੂ, ਅੱਛਾ, ਕਹਿ ਕੇ ਗੱਲ ਬਦਲ ਲਈ ਤੇ ਕਿਹਾ, ਹੋਰ ਤੁਸੀਂ ਮੂੰਹ ਚੁੱਕ ਕੇ ਖਾਲੀ ਹੱਥ ਆ ਜਾਂਦੇ ਹੋ, ਕੱਲ੍ਹ ਨੂੰ ਮੇਰੇ ਵਾਸਤੇ ਖਾਣ ਨੂੰ ਲੈ ਕੇ ਆਇਓ ਕੁਝ। ਫਿਰ ਉਹਨਾਂ ਦੋਨਾਂ ਨੂੰ ਹੋਰ ਗੱਲਾਂ ਕਰਦੇ 11 ਵੱਜ ਗਏ। ਗਿੰਦੀ ਨੇ ਨੀਤੂ ਨੂੰ ਜਾ ਕੇ ਸੌਣ ਲਈ ਕਿਹਾ ਤੇ ਆਪ ਵੀ ਗੁੱਡ ਨਾਈਟ ਕਹਿ ਕੇ ਕਮਰੇ 'ਚ ਚਲਾ ਗਿਆ। ਕਮਰੇ 'ਚ ਜਾ ਕੇ ਨੀਤੂ ਦਰਵਾਜ਼ਾ ਬੰਦ ਕਰਕੇ ਮਣੀ ਦੇ ਪਿੱਛੇ ਖੜੀ ਹੋ ਗਈ। ਮਣੀ ਦੇ ਮੋਢੇ 'ਤੇ ਹੱਥ ਰੱਖ ਕੇ ਬੋਲੀ, ਮਣੀ, ਕੋਈ ਗੱਲ ਆ ਤਾਂ ਦੱਸ ਸਕਦੇ ਹੋ? ਮਣੀ ਨੇ ਕੋਈ ਜਵਾਬ ਨਹੀਂ ਦਿੱਤਾ। ਨੀਤੂ ਨੇ ਉਸ ਨੂੰ ਬਾਂਹ ਤੋਂ ਫੜ ਕੇ ਘੁਮਾ ਕੇ ਉਸ ਦਾ ਚਿਹਰਾ ਆਪਣੇ ਵੱਲ ਕਰ ਲਿਆ ਤੇ ਕਿਹਾ, ਮਣੀ, ਤੈਨੂੰ ਸਾਲ ਹੋ ਗਿਆ ਐਵੇਂ, ਕੋਈ ਗੱਲ ਆ ਤਾਂ ਦੱਸ ਦੇ, ਕੁਝ ਤਾਂ ਹੱਲ ਹੋ ਜਾਣਾ। ਮਣੀ ਦੀਆਂ ਅੱਖਾਂ 'ਚੋਂ ਹੰਝੂ ਨਿਕਲਣ ਲੱਗਦੇ। ਉਸਦੇ ਹੰਝੂ ਜਦ ਨੀਤੂ ਦੇ ਹੱਥ 'ਚ ਡਿੱਗਦੇ ਤਾਂ ਨੀਤੂ ਉਸ ਨੂੰ ਬੈੱਡ 'ਤੇ ਬਿਠਾਉਂਦੀ ਹੋਈ ਉਸਦੇ ਹੰਝੂ ਸਾਫ਼ ਕਰਦੀ ਹੋਈ ਬੋਲੀ, ਮਣੀ, ਬੋਲ, ਕੀ ਗੱਲ ਆ? ਦਿਲ ਹਲਕਾ ਹੋ ਜਾਂਦਾ ਗੱਲ ਕਰਕੇ। ਮਣੀ ਨੇ ਹੰਝੂ ਸਾਫ਼ ਕੀਤੇ ਤੇ ਕਿਹਾ, ਮੇਰੀ ਇੱਕ ਬਹੁਤ ਹੀ ਵਧੀਆ ਸਹੇਲੀ ਸੀ ਰੀਆ, ਉਹ ਬਹੁਤ ਸੋਹਣੀ ਸੀ, ਉਹ ਸਭ ਨਾਲ ਬਹੁਤ ਵਧੀਆ ਗੱਲਾਂ ਕਰਦੀ ਸੀ। ਨੀਤੂ ਬਿਨਾਂ ਕੁਝ ਬੋਲੇ ਬਸ ਉਸ ਨੂੰ ਸੁਣ ਰਹੀ ਸੀ। ਮਣੀ ਦੀਆਂ ਅੱਖਾਂ ਨੀਵੀਆਂ ਕਰਕੇ ਬਸ ਬੋਲੀ ਜਾ ਰਹੀ ਸੀ। ਮਣੀ ਅੱਗੇ ਬੋਲਦੀ ਰਹੀ, ਜਿਵੇਂ ਹਰ ਕੁੜੀ ਦੇ ਪਿੱਛੇ ਕੋਈ ਨਾ ਕੋਈ ਮੁੰਡਾ ਆਸ਼ਕ ਹੁੰਦਾ ਹੀ ਆ। ਰੀਆ ਲਈ ਵੀ ਇੱਕ ਮੁੰਡਾ ਅਮਰ ਬਹੁਤ ਪਾਗਲ ਸੀ, ਪਰ ਉਸਨੇ ਕਦੇ ਰੀਆ ਨੂੰ ਦੁਖੀ ਕਰਨ ਲਈ ਕੁਝ ਨਹੀਂ ਕੀਤਾ। ਬਸ ਇਸੇ ਕਾਰਨ ਕਈ ਕੁੜੀਆਂ ਦੇ ਕਹਿਣ 'ਤੇ ਰੀਆ ਅਮਰ ਨਾਲ ਗੱਲ ਕਰਨ ਲੱਗੀ, ਪਰ ਮੈਂ ਰੀਆ ਨੂੰ ਇਸ ਬਾਰੇ ਕੋਈ ਸਲਾਹ ਨਹੀਂ ਸੀ ਦਿੱਤੀ।
ਮੈਂ ਕਿਹਾ ਜਿਵੇਂ ਤੂੰ ਖੁਸ਼ ਹੋਵੇਂਗੀ ਕਰ। ਪਰ ਨੀਤੂ, ਅਮਰ ਸਹੀ ਮੁੰਡਾ ਨਹੀਂ ਸੀ, ਉਸਨੇ ਧੋਖਾ ਕੀਤਾ ਨੀਤੂ। ਉਹਨੇ ਰੀਆ ਨਾਲ ਬਹੁਤ ਫਾਇਦਾ ਚੁੱਕਿਆ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ। ਧੰਨਵਾਦ ਜੀ।